ਨਾ ਸਿਰਫ ਅੱਡਿਆਂ ਵਾਲੇ ਮਰੇ ਆ ਨਾ ਬੱਸਾਂ ਵਾਲੇ ਮਰੇ ਆ, ਮਰਿਆ ਮੈਂ ਹੀ ਜੇ ਨਾ ਅੱਡੇ ਵਾਲੇ ਮਰੇ ਤੇ ਨਾ ਬੱਸਾਂ ਵਾਲੇ ਮਰਿਆ ਮੈਂ ਹੀ ਜੇ। ਇਹਨਾਂ ਦੀ ਗੱਡੀ ਤੇ ਖਰਾਬ ਨਹੀਂ ਮਰਿਆ ਵੀ ਮੈਨੂੰ ਚਲਾਨ ਦੇ ਕਿ ਮੈਂ ਹੀ ਮਰਿਆ ਨਾ। ਅਗਲੇ 5 ਘੰਟੇ ਬਾਅਦ ਤੁਹਾਡੀ ਗੋਭੀ ਫਾਰਗ ਵਾਹ ਫਾਰਗ ਜੀ, ਉਹ ਤੇ ਮੋਟੀਆਂ ਹੋਣ ਡਈਆਂ ਨੇ, ਉਹ ਵੇਖਣੀਆਂ ਨੇ, ਖੱਟੀਆਂ ਪੇਲੀਆਂ ਹੋ ਜਾਣੀਆਂ ਨੇ। हुकूमत से हमारी अपील है कि जो हमारा ड्राइवर जो गाड़ी चला रहा है उसकी ट्राई ले, अगर वो ट्राई में पास है तो उसको लाइसेंस वही इशू किया जाए। ਗੋਭੀ ਬਾਹਰ ਲਈ ਖਲੋਤੀ ਆ, ਗੱਡੀਆਂ ਦਾ ਕਿਰਾਇਆ 14 15 20 ਹਜ਼ਾਰ ਰੁਪਏ ਦਾ ਹੁੰਦਾ। ਗੋਭੀ ਦਾ ਅੱਗੇ ਖਰਚਾ ਹੀ ਨਹੀਂ ਪੂਰਾ ਹੁੰਦਾ। ਅਸੀਂ ਇਹ ਕਿੱਥੋਂ ਪੈਸੇ ਦੇਈਏ? ਅਸੀਂ ਤਾਂ ਕਿਰਾਏ ਵੀ ਨਹੀਂ ਪੂਰੇ ਕਰਨੇ। ਕਿੱਧਰ ਭੇਜਣੀ ਸੀ ਗੋਭੀ? ਅਸੀਂ ਲਾਹੌਰ ਘੱਲਣੇ ਸੀ ਜੀ। ਹੁਣ ਜਾਏਗੀ ਕਿ ਨਹੀਂ? ਨਹੀਂ ਹੁਣ ਇਹ ਬਾਹਰ ਖਰਾਬ ਹੋਣ ਡਈ ਆ, ਓਵਰ ਹੋਣ ਡਈ ਆ। ਕਿੰਨਾ ਖਰਚਾ ਕੀਤਾ? ਇਹ ਸਾਡਾ 2-2.5 ਲੱਖ ਰੁਪਏ ਨੁਕਸਾਨ ਹੋਣ ਡਿਆ ਅੱਜ ਦੀ ਤਰੀਕ ਦਾ ਇਕੱਲੀ ਦਾ। जी नाज़रीन, टीम वॉइस ऑफ पंजाब के साथ मैं हूं हाफिज़ खालिद। जैसा कि आप जानते हैं कि मुल्क भर के अंदर आज पहिया जाम हड़ताल है। पब्लिक ट्रांसपोर्ट और गुड्स ट्रांसपोर्ट इनका इत्तेहाद हो चुका है और गवर्नमेंट के साथ मुज़ाकरात भी जारी हैं। आखिर ये नौबत क्यों आई है कि आज पाकिस्तान के अंदर पहिया जाम हड़ताल हो चुकी है? बहुत से जो रोज़गार ड्राइवर हजरात हैं, कैलेंडर हैं, वो आज जो है ना वो फ्री नज़र आ रहे हैं, बेरोज़गार नज़र आ रहे हैं। अगर हमारी गाड़ियों का पहिया नहीं चलेगा तो हमारे मुल्क का पहिया भी बंद हो जाएगा। इसको चलाने के लिए गाड़ियों का पहिया चलना बड़ा ज़रूरी है। मज़ीद ड्राइवर हजरात हमारे साथ मौजूद हैं, अड्डा इंचार्ज मौजूद हैं, उनसे जानते हैं उनके क्या मसाइल हैं, गवर्नमेंट के नाम क्या पैगाम है। सीएम पंजाब मरियम नवाज साहिबा का जो नया विजन है उसके मुताबिक हम इस निज़ाम को कैसे चला सकते हैं। अस्सलाम वालेकुम। वालेकुम सलाम। सर क्या नाम है? मोहम्मद अमजद। सर कितनी देर तो काम कर रहे हो? तकरीबन मैंने हो गया 14-15 साल। सर पूरे पाकिस्तान से गुड्स ट्रांसपोर्ट बंद, पब्लिक ट्रांसपोर्ट बंद, अगर ये पहिया ना चलिया तो मुल्क किवें चलेगा? मसले की ने, गवर्नमेंट के नाम की पैगाम? ट्रांसपोर्ट रीढ़ ਦੀ ਹੱਡੀ ਹੈ ਮੁਲਕ ਦੀ, ਤੁਹਾਨੂੰ ਪਤਾ ਹੈ। ਉਸ ਤੋਂ ਬਗੈਰ ਕੋਈ ਸਿਸਟਮ ਨਹੀਂ ਚੱਲਣਾ। ਹਰ ਚੀਜ਼ ਟਰਾਂਸਪੋਰਟ ਤੇ ਤੁਸੀਂ ਇਹ ਵੇਖੋ ਕਿ ਇਨਸਾਨ ਵੀ ਟਰਾਂਸਪੋਰਟ ਤੋਂ ਬਗੈਰ ਅੱਗੇ ਪਿੱਛੇ ਨਹੀਂ ਜਾ ਸਕਦੇ, ਤੇ ਜਿਹੜੀਆਂ ਚੀਜ਼ਾਂ ਨੇ ਤੇ ਜਿਹੜੀਆਂ ਜਿਨ੍ਹਾਂ ਦੇ ਪਾਉ ਨਹੀਂ ਹੈਗੇ ਉਹ ਕਿਵੇਂ ਜਾਣਗੇ? ਗੱਲ ਇਹ ਹੈਗੀ ਕਿ 15,000 20,000 ਦੇ ਚਲਾਨ ਕਰਦੇ ਨੇ। ਗੱਡੀ ਦਾ ਕਿਰਾਇਆ ਲਾਹੌਰ ਦਾ ਹੁੰਦਾ 30-32,000 ਰੁਪਈਆ, 35,000 ਲਾ ਲਓ, ਤੇ ਉਹਦਾ ਰਸਤੇ 'ਚ ਜਾਂਦਿਆਂ ਇੱਕ 15,000 ਦਾ ਚਲਾਨ ਹੋ ਜਾਵੇ, ਇੱਕ ਆਉਂਦਿਆਂ 15 ਦਾ ਹੋ ਜਾਵੇ, ਤੇ ਉਹਨੂੰ ਦੱਸੋ ਕਿ ਕੀ ਬਚੇਗਾ? सर पल्लियों पा के आ जाए। ਫਿਰ ਇਵੇਂ ਪੱਲਿਓਂ ਤਾਂ ਫਿਰ ਇਵੇਂ ਹੀ ਹੈ। ਤਾਂ ਫਿਰ ਹਕੂਮਤ ਇਹੀ ਚਾਹੁੰਦੀ ਕਿ ਅਸੀਂ ਪੱਲਿਓਂ ਪਾ ਕੇ ਚਲਾਈ ਰੱਖੀਏ ਤੇ ਲੋਕਾਂ ਦਾ ਸਮਾਨ ਢੋਈ ਰੱਖੀਏ ਬਸ। ਤੁਸੀਂ ਸਿਰਫ ਤੁਸੀਂ ਬੇਰੋਜ਼ਗਾਰ ਨਹੀਂਗੇ, ਪੈਟਰੋਲ ਪੰਪ ਬੰਦ ਪਏ ਨੇ, ਸਬਜ਼ੀ ਫਰੂਟ ਮੰਡੀਆਂ 'ਚ ਆਉਣਾ ਬੰਦ ਹੋ ਜਾਏਗਾ, ਤਾਂ ਮੁਲਕ ਤੇ ਟੋਟਲ ਬੰਦ ਹੋ ਜਾਏਗਾ। ਸਰ ਗੱਲ ਇਹ ਹੈਗੀ ਕਿ ਅੱਜ ਉਹਨਾਂ ਵਪਾਰੀ ਅੱਜ ਇੱਥੇ ਆਏ ਨੇ ਸਾਡੇ ਕੋਲ, ਇੱਥੇ ਫਿਰਦੇ ਰਹੇ ਨੇ, ਕਹਿੰਦੇ ਸੀ ਕਿਰਾਇਆ ਵੱਧ ਲੈ ਲਓ, 5,000 2 4,000 10,000 ਤੱਕ ਦੇ ਕਿਰਾਏ ਦੀ ਆਫਰ ਕਰਾਉਂਦੇ ਸੀ ਕਿ ਗੱਡੀਆਂ ਲਾਓ, ਸਬਜ਼ੀ ਖਰਾਬ ਹੋ ਰਹੀ ਹੈ। ਲੇਕਿਨ ਕੀ ਲਾਈਏ ਉਸ 5,000 ਨੂੰ ਜਾਂ 7,000 ਨੂੰ? ਕੀ ਕਰਾਂਗੇ ਅਗਰ ਜਾ ਕੇ 15,000 ਦਾ ਚਲਾਨ ਦੇਣਾ? ਦੂਸਰੀ ਗੱਲ ਇਹ ਕਹਿੰਦੇ ਨੇ ਕਿ ਕਾਗਜ਼ਾਤ ਪੂਰੇ ਕਰੋ, ਲਾਇਸੈਂਸ ਹੋਣ। ਠੀਕ ਹੈ, ਗੱਲ ਇਹ ਹੈਗੀ ਕਿ ਚਲੋ ਕਾਗਜ਼ਾਤ ਪੂਰੇ ਕਰਨੇ ਆ, ਲਾਇਸੈਂਸ ਵੀ ਬਣਾਉਣੇ ਆ, ਲੇਕਿਨ ਉਹਦੇ ਵਾਸਤੇ ਸਾਨੂੰ ਸਹੂਲਤਾਂ ਚਾਹੀਦੀਆਂ ਨੇ। ਠੀਕ ਹੈ, 15,000 20,000 ਉਹ ਲਾਇਸੈਂਸ ਦੀ ਜਿਹੜੀ ਅਸਲ ਬਣਨ ਦੀ ਜਿਹੜੀ ਸਰਕਾਰੀ ਫੀਸ ਹੈ ਉਹ 7-8,000 ਹੈ, ਲੇਕਿਨ 30,000 ਤੋਂ ਘੱਟ ਲਾਇਸੈਂਸ ਨਹੀਂ ਬਣਦਾ। ਅਗਰ ਨਹੀਂ ਦਿਓਗੇ ਤੇ ਟਰਾਈ 'ਚ ਪਾਸ ਨਹੀਂ ਹੋ। ਬਿਲਕੁਲ ਜੀ, ਇਹ ਸਾਡੇ ਨਾਲ ਹੋ ਰਿਹਾ ਹੈ। ਤੁਸੀਂ ਇਹ ਵੇਖੋ ਕਿ 30-40 ਸਾਲ ਦਾ ਬੰਦਾ ਹੈ ਜਿਹਨੂੰ ਤਕਰੀਬਨ 25 ਸਾਲ 30 ਸਾਲ ਡਰਾਈਵਰੀ ਕਰਦੇ ਨੂੰ ਹੋ ਗਿਆ, ਉਹ ਲਾਇਸੈਂਸ 'ਚੋਂ ਪਾਸ ਨਹੀਂ ਹੁੰਦਾ। ਤੇ ਇੱਕ ਛੋਟਾ ਜਿਹਾ ਬੱਚਾ ਜਿਹੜਾ ਕੋਈ 20 ਸਾਲ ਦਾ 15 ਸਾਲ ਦਾ ਮੁੰਡਾ ਹੁੰਦਾ, ਸ਼ਨਾਖਤੀ ਕਾਰਡ ਵੀ ਪੂਰਾ ਨਹੀਂ ਬਣਿਆ ਹੋਇਆ, ਉਹ ਜਾ ਕੇ 30,000 ਦਾ ਲਾਇਸੈਂਸ ਬਣਵਾ ਲੈਂਦਾ। ਜਿਹਨੇ ਬਾਹਰ ਜਾਣਾ ਹੁੰਦਾ ਜਾਂ ਜਿਹਨੇ ਪੈਸੇ ਲਾ ਕੇ ਹੋਰ ਕੋਈ ਕੰਮ ਕਰਨਾ ਹੈ। ਹੁਣ ਜਿਹਨੇ ਮੁਲਕ ਦੇ ਵਿੱਚ ਡਰਾਈਵਰ ਦੀ ਤਨਖਾਹ ਹੈਗੀ 20 ਤੋਂ 22,000, 18 20 22,000 ਤਨਖਾਹ ਹੈ। ਠੀਕ ਹੈ, ਉਹਦੇ ਵਿੱਚ ਦੱਸੋ ਵੀ ਅਗਰ ਉਹ ਇੱਕ 30,000 ਦਾ ਲਾਇਸੈਂਸ ਬਣਵਾਉਂਦਾ ਤਾਂ 2 ਮਹੀਨੇ ਦੀ ਤਨਖਾਹ ਆਪਦੀ ਜ਼ਾਇਆ ਕਰੇ ਉਹ। ਠੀਕ ਹੈ, ਉਹ ਕਿਵੇਂ ਪਾਲੇਗਾ? ਉਹ ਬੱਚਿਆਂ ਨੂੰ ਕੀ ਦੇਗਾ? ਜਾਂ ਲਾਇਸੈਂਸ ਬਣਵਾਏਗਾ ਕੀ ਕਰੇਗਾ? ਉਹ ਮਾਲਕ ਤਾਂ ਜਿਹੜਾ ਕਿਸੇ ਨੂੰ ਕਹਿਣਗੇ ਯਾਰ ਇੰਨੇ ਪੈਸੇ ਦੇ ਦਿਓ ਅਸੀਂ ਲਾਇਸੈਂਸ ਬਣਵਾਉਣਾ, ਉਹ ਦੇ ਦੇਣਗੇ, ਲੇਕਿਨ ਉਹ 2 ਮਹੀਨੇ ਕਰੇਗਾ ਕੀ ਦੇਵੇਗਾ? ਕੀ ਬੱਚਿਆਂ ਨੂੰ ਖਿਲਾਵੇਗਾ? ਕਿੰਨੀ ਦੇਰ ਤੱਕ? ਇੱਕ ਮਿੰਟ, ਕਾਗਜ਼ਾਂ ਦੀ ਗੱਲ ਇਹ ਹੈ ਕਿ ਕਾਗਜ਼ਾਤ ਗੱਡੀਆਂ ਦੇ ਪੂਰੇ ਕਰਦੇ ਆ। ਉਹ ਵੀ ਹੁਣ ਰੂਟ ਨੈਟ ਤੇ ਇਹਨਾਂ ਨੇ ਚੜਾ ਤੇ ਰੂਟ ਬਣਾਉਣ ਲੱਗ ਪਏ ਨੇ ਜੀ, ਆਨਲਾਈਨ ਬਣਾਉਂਦੇ ਨੇ। ਆਨਲਾਈਨ ਰੂਟ ਚੀਜ਼ ਉਹ ਵੀ ਨਹੀਂ ਬਣਦੀ। 12-14,000 ਦਾ ਰੂਟ ਬਣਦਾ ਗੱਡੀ ਦਾ 3 ਸਾਲ ਦਾ, 25,000 ਰੁਪਇਆ ਤੱਕ ਦੇ ਕੇ ਵੇਖਿਆ ਤੇ ਰੂਟ ਫਿਰ ਨਹੀਂ ਬਣਦੇ ਪਏ। ਠੀਕ ਹੈ, ਕੋਈ ਆਂਦੇ ਜੀ ਉਹ ਇੰਜ ਹੋ ਗਿਆ, ਉਹ ਨੈਟ ਨਹੀਂ ਕੰਮ ਕਰ ਰਿਹਾ, ਫਲਾਣਾ ਹੋ ਗਿਆ, ਇੰਜ ਹੋ ਗਿਆ। ਕੋਈ ਐਵੇਂ ਟੋਕਨ ਪਾਸਿੰਗ ਇੱਕ ਚੀਜ਼ ਹੈ, ਪਾਸਿੰਗ ਉੱਥੇ ਕੰਪਿਊਟਰ ਤੇ ਪਾਸਿੰਗ ਹੁੰਦੀ ਗੱਡੀ ਦੀ, ਪਾਸਿੰਗ ਹੋ ਕੇ ਉਹ ਬਾਹਰ ਆ ਗਈ। ਇੱਥੇ ਹੁਣ ਬਾਹਰ ਇੱਕ ਰੋਡ ਤੇ ਖੜਾ ਕਾਂਸਟੇਬਲ ਹੈ ਜਾਂ ਕੋਈ ਟ੍ਰੈਫਿਕ ਵਾਲਾ ਹੈ, ਉਹ ਧੂਏ ਦਾ ਚਲਾਨ ਕਰ ਦਿੰਦਾ 5,000 ਦਾ। ਕਿਆ ਉਹ ਕੰਪਿਊਟਰ ਗਲਤ ਹੈ ਜਿਹਨੇ ਪਾਸਿੰਗ ਕੀਤੀ? ਸਹੀ ਹੈ। ਠੀਕ ਹੈ, ਤੇ ਫਿਰ ਇਹਨਾਂ ਨੇ ਫਿਰ ਸਹੀ ਨੇ ਜਿਹੜੇ ਉੱਥੇ ਧੂਆਂ ਮਾਰ ਕੇ ਕਹਿੰਦੀ ਤੁਹਾਡੀ ਗੱਡੀ ਧੂਆਂ ਮਾਰਦੀ ਹੈ, 5,000 ਦਾ ਚਲਾਨ ਦੇਤਾ। ਪਾਸਿੰਗ ਸਾਲ ਪੂਰਾ ਚੱਲਦੀ ਹੈ। ਠੀਕ ਹੈ, ਕੰਪਿਊਟਰ ਪਾਸ ਕਰਕੇ ਘੱਲਦਾ ਹੈ, ਉੱਥੇ ਬਕਾਇਦਾ ਅੱਗੇ ਪਾਸਿੰਗ ਹੁੰਦੀ ਸੀ ਉਵੇਂ ਹੋ ਜਾਂਦੀ ਸੀ, ਲੋਕ ਪੈਸੇ ਦੇ ਕੇ ਕਰਾਉਂਦੇ ਸੀ। ਹੁਣ ਉਹ ਵੀ ਕੰਮ ਖਤਮ ਹੋ ਗਿਆ। ਵਿਕਸ ਵਾਲਿਆਂ ਦੀ ਪਾਸਿੰਗ ਹੁੰਦੀ ਹੈ ਤੇ ਉਹ ਬਗੈਰ ਉੱਥੇ ਗੱਡੀ ਚੈੱਕ ਕਰਨ ਤੋਂ ਬਗੈਰ ਪਾਸਿੰਗ ਨਹੀਂ ਲੱਭਦੀ, ਲੇਕਿਨ ਧੂਏ ਦੇ ਚਲਾਨ ਫਿਰ ਹੋ ਰਹੇ ਨੇ।
ਇਹ ਗਵਰਨਮੈਂਟ ਦੇ ਨਾਮ ਮਰੀਮ ਨਵਾਜ਼ ਦੇ ਨਾਮ ਕੀ ਪੈਗਾਮ ਹੈ? ਬਹੁਤ ਜ਼ਿਆਦਾ ਲੋਕ ਜਿਹੜੇ ਟਰਾਂਸਪੋਰਟ ਦੇ ਨਾਲ ਵਬਸਤਾ ਨੇ, ਇਸ ਮਸਲੇ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ? ਕਿੰਨੀ ਦੇਰ ਤੱਕ ਹੜਤਾਲ ਜਾਰੀ ਰਹੇਗੀ? ਹੜਤਾਲ ਤਾਂ ਜਿਹੜਾ ਨਾ ਉਹਦਾ ਕੋਈ ਮੁੱਦਤ ਨਹੀਂ ਹੈਗੀ, ਕੋਈ ਸਿਸਟਮ ਨਹੀਂ ਹੈਗਾ ਵੀ ਇਹ ਜਦੋਂ ਤੱਕ ਇਹਨਾਂ ਨੇ ਚਲਾਨਾਂ ਦੇ ਬਾਰੇ ਕੋਈ ਸਾਨੂੰ ਰਿਲੀਫ ਨਾ ਦਿੱਤਾ ਜਾਂ ਲਾਇਸੈਂਸ ਦੇ ਬਾਰੇ ਇਹ ਹਰ ਜਗ੍ਹਾ ਤੇ ਵੈਨਾਂ ਖੜੀਆਂ ਕਰਨ ਜਾਂ ਆਦੇ ਕੋਈ ਜਿਹੜੇ ਦਫ਼ਤਰ ਬਣਾਵਣ ਉਹਨਾਂ ਵਾਸਤੇ ਹਰ ਬੰਦੇ ਵਾਸਤੇ ਆਸਾਨੀ ਕਰਨ। ਫਿਰ ਰਿਸ਼ਵਤ ਪਹਿਲੇ ਨੰਬਰ ਤੇ ਗੱਲ ਹੈ ਕਿ ਰਿਸ਼ਵਤ ਬੰਦ ਕਰਨ, ਰਿਸ਼ਵਤ ਨੂੰ ਕਲੋਜ਼ ਕਰਨਗੇ ਤੇ ਲਾਇਸੈਂਸ ਬਣਨਗੇ, ਲੋਕ ਲਾਇਸੈਂਸ ਲੈ ਕੇ ਗੱਡੀਆਂ ਚਲਾਉਣਗੇ। ਦੂਸਰੀ ਗੱਲ ਹੈ ਕਿ ਜਿਹੜੇ ਆ ਚਲਾਨ ਨੇ, ਗੱਡੀ ਜਿਹੜਾ ਵਾਇਲੇਸ਼ਨ ਗਲਤ ਹੁੰਦੀ ਉਹਦਾ ਚਲਾਨ ਕਰਨ, ਲੇਕਿਨ ਚਲਾਨ ਹੈ ਜਿਹੜੇ ਅੱਜ ਤੋਂ ਪਹਿਲੇ 2-3 ਹਜ਼ਾਰ ਦਾ 1000-2000 ਦਾ ਚਲਾਨ ਹੁੰਦਾ ਸੀ, ਜਿਹੜਾ ਹੁਣ ਨਵਾਂ ਕਾਨੂੰਨ ਇਹਨਾਂ ਨੇ 2025 ਵਾਲਾ ਪਾਸ ਕੀਤਾ ਹੈ, ਉਹਦੇ ਵਿੱਚ ਇਹਨਾਂ ਨੇ ਤਬਾਹੀ ਲਾ ਦਿੱਤੀ ਹੈ। ਸਾਡੀ ਤਾਂ ਇਹ ਅਪੀਲ ਹੈ ਕਿ ਹੁਕੂਮਤ ਵਕਤ ਵਾਸਤੇ ਕਿ ਸਾਡੇ ਵਾਸਤੇ ਕੋਈ ਰਿਲੀਫ ਦਿੱਤਾ ਜਾਵੇ। ਗੱਡੀਆਂ ਇੱਧਰ ਥੋੜ੍ਹਾ ਜਿਹਾ ਕੈਮਰਾ ਮਾਰ ਕੇ ਵਿਖਾਇਆ ਜੇ, ਇੱਧਰ ਸਾਰੇ ਸਾਡੇ ਇਕੱਲੇ ਅੱਡੇ ਦਾ ਨਹੀਂ, ਹਰ ਅੱਡੇ ਦੇ ਪਿੱਛੇ ਆ ਤਕਰੀਬਨ 15-20 ਅੱਡੇ ਨੇ ਇਸ ਲਾਈਨ ਦੇ ਵਿੱਚ ਹੀ, ਠੀਕ ਹੈ। ਹਰ ਅੱਡੇ ਤੇ ਗੱਡੀ ਉਵੇਂ ਹੀ ਖੜੀ ਹੈ। ਕੱਲ ਤੋਂ ਗੱਡੀਆਂ ਨਹੀਂ ਲਾਈਆਂ ਕਿਉਂਕਿ ਕੱਲ ਲਾਉਂਦੇ ਤੇ ਅੱਜ ਉੱਥੇ ਜਾ ਕੇ ਖਲੋ ਜਾਣੀਆਂ ਸੀ। ਉਦੋਂ ਤੋਂ ਬਿਹਤਰ ਹੈ ਕਿ ਲੋਕਾਂ ਨੂੰ ਘਰਾਂ ਨੂੰ ਛੁੱਟੀ ਹੈ, ਡਰਾਈਵਰ ਰਾਤ ਆ ਵੈਸੇ ਹੀ ਫਿਰਦੇ ਨੇ। ਸਾਰੀਆਂ ਗੱਡੀਆਂ ਲੋਕ ਖੜੀ ਕਰਕੇ ਘਰੇ ਚਲੇ ਗਏ ਨੇ। ਉਸ ਤੋਂ ਬਾਅਦ ਕੋਈ ਵਪਾਰੀ ਧੱਕੇ ਖਾਂਦੇ ਫਿਰਦੇ ਨੇ। ਹਰ ਚੀਜ਼ ਟਰਾਂਸਪੋਰਟ ਤੋਂ ਇਲਾਵਾ ਮੈਨੂੰ ਦੱਸੋ ਕਿ ਕੀ ਕੰਮ ਚੱਲਣਾ ਹੈ? ਰੋਡ ਖਾਲੀ ਨੇ, ਰੋਡ ਬਿਲਕੁਲ ਖਾਲੀ ਨੇ, ਪੰਪ ਖਾਲੀ ਨੇ, ਪੰਪ ਖਾਲੀ ਨੇ। ਤੁਹਾਨੂੰ ਮੋਟਰਸਾਈਕਲ ਤੋਂ ਇਲਾਵਾ ਰੋਡ ਤੇ ਕੋਈ ਚੀਜ਼ ਨਹੀਂ ਦਿਸੇਗੀ। 10 ਵੀਲਰਾਂ ਵਾਲੇ, 22 ਵੀਲਰਾਂ ਵਾਲੇ, ਜਿਹੜੇ ਆ ਡੰਪਰਾਂ ਵਾਲੇ, ਹੱਤਾ ਕਿ ਤੁਸੀਂ ਇਹ ਵੇਖੋ ਕਿ ਬੱਸਾਂ ਵੀ ਤੁਹਾਨੂੰ ਨਹੀਂ ਮਿਲਣਗੀਆਂ ਇੱਥੇ, ਬੱਸ ਵੀ ਕੋਈ ਨਜ਼ਰ ਨਹੀਂ ਆਏਗੀ। ਹਰ ਬੰਦਾ ਤੰਗ ਹੈ, ਹਰ ਬੰਦਾ। ਵੇਖੋ ਨਾ ਕਿ 15-20 ਹਜ਼ਾਰ ਦਾ ਚਲਾਨ ਕਿੰਨੇ ਭਰਨਾ ਤੇ ਕੀ ਖਾਣਾ ਤੇ ਕੀ ਪੀਣਾ ਹੈ। ਡੀਜ਼ਲ ਬਹੁਤ ਮਹਿੰਗਾ, ਡੀਜ਼ਲ ਉਸ ਵਾਰ ਡੀਜ਼ਲ ਦਾ ਤੁਹਾਨੂੰ ਪਤਾ ਹੈ ਕਿ ਡੀਜ਼ਲ ਦੇ ਕੀ ਹਾਲਾਤ ਨੇ। ਹਰ ਚੀਜ਼ ਦੀ ਮਹਿੰਗਾਈ ਹੈ, ਸਪੇਅਰ ਪਾਰਟ ਉਹ ਚੀਜ਼ਾਂ। ਹੁਣ ਇੱਕ ਨਵਾਂ ਸਾਡੇ ਤੋਂ ਕੰਮ ਪਾ ਦਿੱਤਾ ਕਿ ਜਿਹੜਾ ਵੀ ਹੁਣ ਚਲਾਨਾਂ ਵਾਲਾ ਕੰਮ ਉਹ ਤੋਂ ਨਵਾਂ ਸ਼ੁਰੂ ਕਰ ਦਿੱਤਾ। ਪਹਿਲੇ ਚਲਾਨ ਹੁੰਦੇ ਸੀ, ਚਲੋ 1500 ਦਾ ਚਲਾਨ ਹੋਇਆ। ਉਹ ਇੱਕ ਹੋਰ ਗੱਲ ਹੈ, ਚਲਾਨ 15000 ਦਾ ਹੈ, ਠੀਕ ਹੈ। ਉਹ ਜੇ ਅਗਰ ਉਹ ਰਿਸ਼ਵਤ ਵੀ ਨਾਲ ਵੱਧ ਗਈ, ਜਿਹੜੇ ਆਂਦੇ ਨਹੀਂ ਜਾਂ 15000 ਦਾ ਚਲਾਨ ਕਰੋ ਜਾਂ ਸਾਨੂੰ 5000 ਦਿਓ। ਅੱਗੇ 2000 ਦਾ ਚਲਾਨ ਹੁੰਦਾ ਸੀ ਤੇ ਚਲੋ 500 ਲੈ ਕੇ ਛੱਡ ਦਿੰਦੇ ਸੀ। ਹੁਣ 15000 ਦਾ ਚਲਾਨ ਹੈ ਤੇ ਉਹ ਵੀ 5 ਤੋਂ ਥੱਲੇ ਨਹੀਂ ਗੱਲ ਕਰਦੇ। ਹੁਣ ਨਾਲੇ ਰਿਸ਼ਵਤ भी बढ़ गई। वालेकुम सलाम। सर क्या नाम है? हाजी बशारत मेरा नाम है जी। सुभान अल्लाह गुड के ऑनर है हम। तो दूसरे शहरों की तरह हमने भी हड़ताल में पूरी शामिलियत की है। तो ये नहीं मालूम कब तक ये बंद रहेगी हड़ताल। आज है, कल है, 2 दिन है, 4 दिन है, ये नहीं मालूम। जब तक हुकूमत हमारा कोई मुतालबा नहीं मानेगी हम हड़ताल में शामिल रहेंगे। शरद भाई, एक बड़ा अहम सवाल के मसाइल क्या है ड्राइवरों के, अड्डे वालों के, ट्रांसपोर्ट के, जिस वजह से ये आज मामला जो है ना वो बना हुआ है? पहले जो प्रॉब्लम है वो वज़न की थी। अभी जो है एलवी जो हमारे लाइसेंस है ना ड्राइवरों के, वो 3-3, 4-4 महीने जाते हैं, ट्राई देते हैं जी आज बंद है, कैमरा बंद है, ये कंप्यूटर बंद है, लाइसेंस नहीं मिल रहा है। और दूसरी बात है ये हमारे ड्राइवर है 40 साल से वो ड्राइवरी कर रहे हैं, उनके पास LTV लाइसेंस है। तो हुकूमत से हमारी अपील है कि जो हमारा ड्राइवर जो गाड़ी चला रहा है उसकी ट्राई ले, अगर वो ट्राई में पास है तो उसको लाइसेंस वही इशू किया जाए। वो चाहे LTV है, चाहे HTV है या PSV है, जो भी वो ट्राई देगा वो मेहरबानी है। हुकूमत से अपील है वो ड्राइवर को लाइसेंस दिया जाए। और ये पेट्रोलिंग वाले, ट्रैफिक वाले ये नजायज़ चलान बहुत कर रहे हैं। मेन मसला यही है, 25-30 हज़ार 50 हज़ार तक भी हमारी गाड़ियों के चलान हो रहे हैं। तो मेहरबानी कीजिए, हुकूमत से अपील है कि ये जो नजायज़ चलान है उनसे हमारे छुटकारा दिलाए। ਰਫੀਕ कितनी देर तो ਗੱਡੀ ਚਲਾ ਰਹੇ ਹੋ? ਮੈਨੂੰ 40 ਸਾਲ ਹੋ ਗਏ। 40 ਸਾਲ ਤੁਸੀਂ ਇਸ ਮਹਿਕਮੇ ਨੂੰ ਦਿੱਤੇ ਆ। ਅੱਜ ਪੂਰੇ ਪੰਜਾਬ ਪਾਕਿਸਤਾਨ ਦੇ ਅੰਦਰ ਗੁੱਡਸ ਟਰਾਂਸਪੋਰਟ ਦੀ ਹੜਤਾਲ ਜਾਰੀ ਹੈ। ਕੀ ਮਸਲੇ ਨੇ ਰੋਡ ਦੇ ਚੱਲਦੇ ਹੋਏ ਇੱਕ ਡਰਾਈਵਰ ਨਾਲ? ਇਹ ਜੀ ਕਰਾਚੀੋਂ ਚੱਲੀ ਦਾ 50-50 ਹਜ਼ਾਰ ਜੁਰਮਾਨਾ ਮਟੋਲੀਆਂ ਨੂੰ ਦੇ ਰਹੇ ਆ ਤੇ ਅਸੀਂ ਮੁਆਵਜ਼ਾ ਉਹਨੂੰ ਦੇ ਰਹੇ ਆ। ਪੁਲਿਸ ਵਾਲਿਆਂ ਨੂੰ ਵੀ, ਦੂਜਿਆਂ ਨੂੰ ਵੀ, ਹਰ ਸ਼ਹਿਰ ਨੂੰ। ਸਾਡੀ ਇੱਕ ਗੱਡੀਆਂ ਜਾਂ 2 ਗੱਡੀ ਡਰਾਈਵਰ ਮਾਲਕ ਕੀ ਕਰੀਏ? ਟਾਇਰਾਂ ਜੋੜਾ ਉਹ ਪਾਈਏ ਜਾਂ ਗੱਡੀ ਦਾ ਕੰਮ ਕਰਾਈਏ ਜਾਂ ਡਰਾਈਵਰ ਨੂੰ ਦੇਈਏ ਜਾਂ ਆਪ ਖਾਈਏ? ਕਿੱਧਰ ਜਾਈਏ? ਦਵਾਈ ਲਈਏ ਕਿੱਧਰ ਜਾਈਏ? ਸਰ ਇਹ ਮੁਲਕ ਵੀ ਚੱਲਣਾ ਵਾ, ਇੱਕ ਪਹੀਆ ਵੀ ਚੱਲਣਾ ਵਾ, ਮਸਲਾ ਹੱਲ ਕਿਵੇਂ ਹੋ ਸਕਦਾ ਹੈ? ਵੀ ਸਾਡੇ ਤੋਂ ਥੋੜਾ ਜਿਹਾ ਮਿਹਰਬਾਨੀ ਕਰਨ, ਸਖਤੀ ਡਾਊਨ ਕਰਨ ਸਾਡੇ ਤੇ। 500 ਕੀਤੀ ਜਾਣ ਹਰ फीड 'ਚ, ਜਾਂ ਕਿਤੇ ਜ਼ਿਲ੍ਹੇ ਬਾਈ ਜ਼ਿਲ੍ਹਾ 500 ਹਜ਼ਾਰ करी जान। ये मेहरबानी। हमारे साथ अड्डे के ऊपर एक व्यापारी जो है ना वो मौजूद है। इसके साथ क्या बीत रही है, इसकी सब्ज़ी कौन लेके जाएगा, या गांव वाले खाएंगे या ये इनको बेचारे को बांटनी पड़ेगी, ये भी इनसे जानते हैं। इनका कितना खर्चा हो चुका है? अस्सलाम वालेकुम। ਵਾਲੇਕੁਮ ਸਲਾਮ। बुजुर्गों की ना ਮੇਰਾ ਨਾਂ ਵਾਰਸ ਅਲੀ ਆ। ਗੋਭੀ ਬਾਹਰ ਲਈ ਖਲੋਤੀ ਆ। ਗੱਡੀਆਂ ਦਾ ਕਿਰਾਇਆ 14, 15, 20 ਹਜ਼ਾਰ ਰੁਪਏ ਦਾ ਹੁੰਦਾ। ਗੋਭੀ ਦਾ ਅੱਗੇ ਖਰਚਾ ਹੀ ਨਹੀਂ ਪੂਰਾ ਹੁੰਦਾ। ਅਸੀਂ ਇਹ ਕਿੱਥੋਂ ਪੈਸੇ ਦੇਈਏ? ਅਸੀਂ ਤਾਂ ਕਿਰਾਏ ਵੀ ਨਹੀਂ ਪੂਰੇ ਕਰਨੇ। किधर भेजनी सी गोभी? ਅਸੀਂ ਲਾਹੌਰ ਘੱਲਣੇ ਸੀ ਜੀ। हुन जाएगी कि नहीं? ਨਹੀਂ ਹੁਣ ਇਹ ਬਾਹਰ ਖਰਾਬ ਹੋਣ ਡਈ ਆ, ਓਵਰ ਹੋਣ ਡਈ ਆ। कितना खर्चा किया? ਇਹ ਸਾਡਾ 2-2.5 ਲੱਖ ਰੁਪਏ ਨੁਕਸਾਨ ਹੋਣ ਡਿਆ ਅੱਜ ਦੀ ਤਰੀਕ ਦਾ ਇਕੱਲੀ ਦਾ।
ਤੇ ਇੰਨੀ ਗੋਭੀ ਆਰਫ ਵਾਲੇ ਦੇ ਵੇਚ ਹੀ ਨਹੀਂ ਸਕਦੀ। ਨਹੀਂ ਇਹ ਵਾਧੂ ਖੜੀ ਆ, ਖਰਾਬ ਹੋਣੀਆਂ ਨੇ ਸਾਡੀਆਂ, ਜਿਹੜੇ ਅਸੀਂ ਪਿੱਛੇ ਪੈਸੇ ਚਲਾਨਾ ਹੀ ਦੇ ਲਏ ਨੇ, ਅਸੀਂ ਤਾਂ ਨੁਕਸਾਨ 'ਚ ਜਾਣ ਡਏ ਆ। ਨੁਕਸਾਨ 2-4 ਹਜ਼ਾਰ ਦਾ ਸਮਝ ਆਉਂਦਾ, ਥੋੜਾ ਥੋੜਾ ਕੀਤੇ ਜਾਣ, ਸਮਝ ਵੀ ਆਉਂਦਾ, ਮਾੜਾ ਬੰਦਾ ਦਾ ਵੀ ਕਰ ਲੈਂਦਾ। ਹੁਣ ਇਹਨਾਂ ਚਲਾਨ ਕਿੱਥੋਂ ਦਾ ਕਰੀਏ? ਗੱਡੀ ਦਾ ਕਿਰਾਇਆ 50,000 ਰੁਪਇਆ, ਥੋੜਾ ਬਹੁਤਾ ਸੌਦਾ ਤੇ ਪੈ ਹੀ ਜਾਂਦਾ ਗੱਡੀ 'ਚ, ਬਹੁਤੇ ਜ਼ਿਆਦਾ ਹਰ ਬੰਦੇ ਨੂੰ ਤਾਮਣੇ ਵੀ ਮੇਰਾ ਸੌਦਾ ਜ਼ਿਆਦਾ ਜਾ, ਤੇ ਉਹਦੀ ਵਜ੍ਹਾ ਨਾਲ ਨਹੀਂ ਉਹ ਗੱਲ ਬਣਦੀ, ਚਲਾਨ ਹੀ ਇੰਨੇ ਕੀਤੇ ਜਾਂਦੇ ਨੇ। ਯਾਨੀ ਕਿ ਨਾ ਸਿਰਫ ਅੱਡਿਆਂ ਵਾਲੇ ਮਰੇ ਆ, ਨਾ ਬੱਸਾਂ ਵਾਲੇ ਮਰੇ ਆ, ਮਰਿਆ ਮੈਂ ਹੀ ਜੇ, ਮਰਿਆ ਮੈਂ ਹੀ ਜੇ, ਨਾ ਅੱਡੇ ਵਾਲੇ ਮਰੇ ਤੇ ਨਾ ਬੱਸਾਂ ਵਾਲੇ ਮਰਿਆ ਮੈਂ ਹੀ ਜੇ। ਜਿਨ੍ਹਾਂ ਦੀ ਗੱਡੀ ਤੇ ਖਰਾਬ ਨਹੀਂ, ਮਰਿਆ ਵੀ ਜਿਹਨੂੰ ਚਲਾਨ ਦੇ ਕਿ ਮੈਂ ਹੀ ਮਰਿਆ ਨਾ। ਅਗਲੇ 5 ਘੰਟੇ ਬਾਅਦ ਤੁਹਾਡੀ ਗੋਭੀ ਫਾਰਗ। ਆਹ ਫਾਰਗ ਜੀ, ਉਹ ਤੇ ਮੋਟੀਆਂ ਹੋਣ ਡਈਆਂ ਨੇ, ਉਹ ਵਿਕਣੀਆਂ ਨਹੀਂ, ਖੱਟੀਆਂ ਪੇਲੀਆਂ ਹੋ ਜਾਣੀਆਂ ਨੇ। ਉਹਦੀ ਮਨਿਆਦ ਹੁੰਦੀ ਚੀਜ਼ ਦੀ, ਅੱਜ ਐਡੀ ਕੱਲ ਐਡੀ ਗਾਹਕ ਪਸੰਦ ਹੀ ਨਹੀਂ ਕਰਦਾ, ਛੋਟੀ ਗਾਹਕ ਲਾਹੌਰ 'ਚ ਖਰੀਦਦਾ। ਸੀਐਮ ਪੰਜਾਬ ਮਰੀਮ ਨਵਾਜ਼ ਸਾਹਿਬਾ ਦੇ ਨਾਮ ਕੀ ਪੈਗਾਮ ਹੈ? ਸਿਰਫ ਇਹ ਨਹੀਂ ਮਰ ਰਹੇ, ਜ਼ਿਮੀਦਾਰ ਵੀ ਪਹਿਲੇ ਨੰਬਰ। ਨਵਾਜ਼ ਨੂੰ ਇਹਨੇ ਵੀ ਗਰੀਬਾਂ ਦੇ ਕੋਈ ਖਿਆਲ ਦਾ ਖਾਓ ਖਰੇ, ਸਾਡੇ ਤੋਂ ਨਹੀਂ ਬਰਦਾਸ਼ਤ ਹੁੰਦਾ। ਚਲਾਨ ਕਰੇ 2-3 ਹਜ਼ਾਰ ਰੁਪਏ ਦਾ ਕਰਨ, ਲਾਹੌਰ ਸੇ ਦਾ ਬਰਦਾਸ਼ਤ ਆ, ਨਿਜ਼ਾਮ ਵੀ ਦੁਨੀਆ ਦਾ ਚੱਲਦਾ ਇਹਦਾ, ਇਹ ਮਕਸਦ ਨਹੀਂ ਲੋਕਾਂ ਦਾ ਢਿੱਡ ਹੀ ਧੋਣਾ। ਅਸੀਂ ਆ ਕੇ ਤੇ ਕੀ ਬਣੇ ਪਏ, ਸਾਰਾ ਰਿਜ ਖਰਾਬ ਹੋ ਗਿਆ, ਜ਼ਿਮੀਦਾਰ ਵੀ ਮਰ ਗਏ, ਅਸੀਂ ਵੀ ਮਰ ਗਏ, ਨਾ ਵੱਢਣ ਜੋਗੇ, ਨਾ ਛੱਡਣ ਜੋਗੇ, ना लद्दन जोगे। जी नाज़रीन, टी वैसे पंजाब मौजूद है आरीवाला गुड्स ट्रांसपोर्ट के ऊपर। यहाँ पर ना सिर्फ हमारे गुड्स ट्रांसपोर्ट जो ऑनर और ड्राइवर परेशान है, बल्कि यहाँ पर जो हमारा ज़िम्मेदार है, जिसने सब्ज़ी काश्त की है, जिसने फल काश्त किया है, आज वो भी परेशान है। क्योंकि अगर ट्रांसपोर्ट चलेगी तो इनका जो लगाया गया जो भी जिन्स है वो दूसरी मंडियों तक जो है ना वो उसकी रसाई हो सकेगी। तो यहाँ पर सीएम पंजाब मरीम नवाज साहब और हमारे जितने भी अदारे हैं जो कानून नाफज करने वाले अदारे, उनको चाहिए कि इस पब्लिक का ख्याल रखें, इन गरीबों के लिए कुछ सोचा जाए कि कानून के अंदर नरमी लाई जाए ताकि मुल्क का पहिया भी चल सके। टी वॉइस ऑफ पंजाब बहुत जल्द मिलेगी एक नए प्रोग्राम के साथ और नई आवाम के साथ, नए मसाइल के साथ। अपना ख्याल रखिएगा। टी वॉइस ऑफ पंजाब को इजाज़त दें। अल्लाह हामी व नासर।